ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅੱਜ ਦਾਸ ਮਨੁੱਖ ਦੀ ਮਨ, ਬੁੱਧੀ ਤੇ ਕਰਮ, ਜਦੋਂ ਇਹ ਜਿਹੜੀਆਂ ਚੀਜ਼ਾਂ ਤਿੰਨ ਸ਼ਕਤੀਆਂ ਇਕੱਠੀਆਂ ਹੋ ਕੇ ਅੰਦਰ ਕੰਮ ਕਰਦੀਆਂ ਤੇ ਜੋ ਵਿਚਾਰ ਸਾਡੇ ਅੰਦਰ ਬਣਦੇ ਆ, ਉਹ ਵਿਚਾਰ ਸਾਡੇ ਸਰੀਰ ਦੇ ਵਿੱਚ ਤੇ ਸਾਡੇ ਬਾਹਰਮੁਖੀ ਜੜ ਤੇ ਚੇਤਨ ਦੋਨਾਂ ਚੀਜ਼ਾਂ ਉੱਤੇ ਕਿਵੇਂ ਆਪਣਾ ਪ੍ਰਭਾਵ ਅਸਰ ਰੱਖਦੇ ਆ, ਇਸ ਦੀ ਇੱਕ ਤਿਲ ਮਾਤਰ ਵਿਚਾਰ ਦਾਸ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈ। ਦੇਖੋ, ਜਿਵੇਂ ਗੁਰਬਾਣੀ ਦਾ ਫਰਮਾਨ ਹੈ, ਜੋ ਪਾਪ ਹੈ ਭਾਂਡੇ ਵਿੱਚ ਵਸਤ ਸਾ ਨਿਕਸੇ, ਕਿਆ ਕੋਈ ਕਰੇ ਵਿਚਾਰਾ। ਹੁਣ ਜਿਹੜੀ ਵਸਤੂ ਜਿਸ ਭਾਂਡੇ 'ਚ ਪਾਈ ਜਾਂਦੀ ਆ, ਉਹੀ ਵਸਤੂ ਬਾਹਰ ਨਿਕਲਦੀ ਆ। ਜਿਹੋ ਜਿਹੇ ਵਿਚਾਰ, ਜਿਹੋ ਜਿਹੀ ਥੋਟ, ਜਿਹੋ ਜਿਹੀ ਸੋਚਣੀ ਅਸੀਂ ਆਪਣੇ ਮਨ ਦੇ ਵਿੱਚ, ਆਪਣੀ ਵਿਚਾਰ ਸ਼ਕਤੀ ਬੁੱਧੀ ਦੇ ਵਿੱਚ ਪਾਉਂਦੇ ਹਾਂ, ਤੇ ਉਹੀ ਫਿਰ ਕਰਮ ਬਣ ਕੇ ਬਾਹਰ ਨਿਕਲਦੀ ਆ। ਉਹੋ ਜਿਹੀ ਜਿਹੜੀ ਤਰੰਗ ਬਣਦੀ ਆ, ਉਹ ਤਰੰਗ ਜਿਹੜੀ ਹੈਗੀ ਆ, ਉਹ ਦੂਸਰੀਆਂ ਜੜ ਤੇ ਚੇਤਨ ਦੋਨੇ ਚੀਜ਼ਾਂ ਉੱਤੇ ਆਪਣਾ ਅਸਰ ਰੱਖਦੀ ਆ। ਦੇਖੋ, ਅੱਜ ਦੀ ਜਿਹੜੀ ਮਨੋਵਿਗਿਆਨ ਹੈਗੀ ਆ, ਉਹ ਕਾਫੀ ਸਿਖਰਾਂ ਦੇ ਉੱਤੇ ਆ। ਉਹਨੇ ਵੀ ਇਹ ਚੀਜ਼ ਜਿਹੜੀ ਹੈ ਨਾ ਸਿੱਧ ਕਰ ਦਿੱਤੀ ਹੈਗੀ ਆ ਕਿ ਮਨੁੱਖ ਦੀ ਜਿਹੜੀ ਵਿਚਾਰ ਸ਼ਕਤੀ ਹੈਗੀ ਆ, ਉਹ ਬਾਹਰ ਸਾਰੀਆਂ ਚੀਜ਼ਾਂ ਉੱਤੇ ਆਪਣਾ ਸਿੱਧੇ ਤੌਰ 'ਤੇ ਅਸਰ ਰੱਖਦੀ ਆ। ਲੇਕਿਨ ਗੁਰਬਾਣੀ ਨੇ ਸਾਨੂੰ ਸਭ ਤੋਂ ਪਹਿਲਾਂ ਇਹ ਜਿਹੜੀ ਗੱਲ ਹੈ ਨਾ, ਇਹ ਸਮਝਾਤੀ ਹੈਗੀ ਆ ਕਿ ਭਾਈ ਜਿਹਾ ਬੀਜੇ ਸੋ ਲੂਣੇ ਕਰਮਾ ਸੰਦੜਾ ਖੇਤ, ਕਿ ਜਿੱਦਾਂ ਦਾ ਕੋਈ ਸਰੀਰ ਰੂਪੀ ਧਰਤੀ ਦੇ ਵਿੱਚ ਬੀਜ ਬੀਜੇਗਾ, ਜਿਹੋ ਜਿਹਾ ਵਿਚਾਰ ਬੀਜੇਗਾ, ਉਹੋ ਜਿਹਾ ਵਿਚਾਰ ਉਹਦੇ ਅੰਦਰ ਤੇ ਬਾਹਰਮੁਖੀ ਤਰੰਗਾਂ ਦੇ ਰੂਪ ਦੇ ਵਿੱਚ ਆਪਣਾ ਪ੍ਰਭਾਵ ਰੱਖਦਾ ਹੈ। ਦੇਖੋ, ਇਸ ਨੂੰ ਸਮਝਣ ਵਾਸਤੇ ਦਾਸ ਆਪ ਸਾਰੀਆਂ ਸੰਗਤਾਂ ਦੇ ਨਾਲ ਦੋ ਪ੍ਰਮਾਣ ਸਾਂਝੇ ਕਰਦਾ। ਇੱਕ ਵਾਰ ਦੱਸਦੇ ਆ ਕਿ ਇੱਕ ਕੋਈ ਸਾਧੂ ਜਿਹੜਾ ਸੀਗਾ ਕਿਸੇ ਨਗਰ ਦੇ ਵਿੱਚ ਆਇਆ। ਜਦੋਂ ਮਹਾਤਮਾ ਕਿਸੇ ਨਗਰ 'ਚ ਆਏ ਤੇ ਉਹਨਾਂ ਨੂੰ ਰਾਤ ਪੈ ਗਈ। ਉਹਨਾਂ ਨੇ ਨਗਰ ਵਾਸੀਆਂ ਨੂੰ ਕਿਹਾ ਕਿ ਮੈਂ ਰਾਤ ਕੱਟਣੀ ਆ, ਅਗਰ ਮੈਨੂੰ ਕਿਤੇ ਛੋਟਾ ਜਿਹਾ ਕੋਈ ਕਮਰਾ ਮਿਲ ਜਾਵੇ ਰਾਤ ਰਹਿਣ ਵਾਸਤੇ, ਕਿਉਂਕਿ ਬਾਹਰ ਠੰਡ ਜ਼ਿਆਦਾ ਹੈਗੀ ਆ, ਤੇ ਮੈਂ ਰਾਤ ਕੱਟ ਕੇ ਸਵੇਰੇ ਚਲਿਆ ਜਾਊਂਗਾ। ਫਿਰ ਉਸ ਨਗਰ ਦੇ ਜਿਹੜੇ ਕੁਛ ਆਦਮੀ ਸੀ, ਤੇ ਉਹਨਾਂ ਨੇ ਸੋਚਿਆ ਵੀ ਚਲੋ ਇੱਥੇ ਇੱਕ ਸਾਂਝਾ ਕਮਰਾ ਬਾਹਰ ਪੰਚਾਇਤ ਦਾ ਪਿਆ ਹੈਗਾ, ਤੇ ਇਹਦੇ ਵਿੱਚ ਮਹਾਤਮਾ ਨੂੰ ਖੋਲ੍ਹ ਦਿੰਦੇ ਆ, ਜਿਹਦੇ ਵਿੱਚ ਮਹਾਤਮਾ ਆਰਾਮ ਕਰ ਸਕਦੇ ਆ। ਪਰ ਦੇਖੋ, ਜਿਹੜਾ ਉਹ ਪੰਚਾਇਤ ਦਾ ਕਮਰਾ ਸੀਗਾ, ਜਦ ਖੋਲ੍ਹਿਆ ਗਿਆ ਤੇ ਜਿਹੜੇ ਮਹਾਤਮਾ ਸੀ, ਉਹਨਾਂ ਨੇ ਉਹਦੇ ਵਿੱਚ ਆਪਣੀ ਜਿਹੜੀ ਦਰੀ ਕੰਬਲ ਜੋ ਵੀ ਉਹਨਾਂ ਦੇ ਕੋਲ ਸੀਗਾ, ਉਹਨੇ ਵਿਛਾ ਕੇ ਤੇ ਉੱਥੇ ਰਾਤ ਕੱਟਣ ਲਈ ਆਰਾਮ ਕਰਨ ਬੈਠ ਗਏ। ਪਰ ਜਦੋਂ ਉਹਦੇ ਵਿੱਚ ਸੁੱਤੇ ਆ, ਸੁੱਤਣ ਤੋਂ ਬਾਅਦ ਜਦ ਉਹਨਾਂ ਨੂੰ ਜਾਗ ਆਈ ਆ ਤੇ ਉਹਨਾਂ ਨੇ ਆਪਣੇ ਮਨ ਦੇ ਵਿੱਚ ਇੱਕ ਚੀਜ਼ ਜਿਹੜੀ ਹੈਗੀ ਉਹ ਬੜੀ ਖਤਰਨਾਕ ਅਨੁਭਵ ਕੀਤੀ। ਉਹ ਕੀ ਸੀ? ਉਹਨਾਂ ਦਾ ਜਿਹੜਾ ਮਨ ਸੀਗਾ ਇੰਨਾ ਕਾਹਲਾ ਪੈ ਗਿਆ ਕਿ ਮੈਂ ਉੱਠ ਕੇ ਕਿਸੇ ਬਾਹਰ ਜਾ ਕੇ ਜੂਆ ਖੇਡਾਂ। ਦੇਖੋ, ਇੱਕ ਪਾਸੇ ਉਹ ਮਹਾਤਮਾ ਹੈਗੇ ਆ ਜਿਹੜੇ ਨਾਮ ਜਪਣ ਵਾਲੇ ਹੈਗੇ ਆ, ਇੱਕ ਸੱਚੀ ਸੁੱਚੀ ਆਤਮਾ ਹੈਗੀ ਆ, ਲੇਕਿਨ ਅੱਜ ਉਹਨਾਂ ਦੇ ਮਨ ਦੇ ਵਿੱਚ ਯਕਦਮ ਤਬਦੀਲੀ ਕਿਵੇਂ ਬਣ ਗਈ ਕਿ ਮੈਂ ਜੂਆ ਬਾਹਰ ਜਾ ਕੇ ਖੇਡਾਂ। ਦੱਸਦੇ ਆ ਕਿ ਮਹਾਤਮਾ ਕਹਿੰਦੇ ਸੀ, ਮੈਂ ਬਾਹਰ ਉਹ ਕਮਰਾ ਖੋਲ੍ਹ ਕੇ ਮੈਨੂੰ ਐਸੀ ਜੂਏ ਦੀ ਖਿੱਚ ਪਈ ਕਿ ਮੈਂ ਉਹ ਕਮਰਾ ਛੱਡ ਕੇ ਜਦ ਬਾਹਰ ਗਿਆ, ਬਾਹਰ ਜਾ ਕੇ ਉੱਥੇ ਜਿਹੜੇ ਲੋਕ ਮੈਨੂੰ ਮਿਲੇ ਆ, ਮੈਂ ਉਹਨਾਂ ਨੂੰ ਪੁੱਛਿਆ ਵੀ ਇੱਥੇ ਕੋਈ ਜੂਆ ਖਾਨਾ ਹੈਗਾ ਜਿੱਥੇ ਕੋਈ ਜਿਹੜੇ ਜੁਆਰੀ ਆ ਜੂਆ ਖੇਡਦੇ ਆ। ਕਹਿੰਦੇ ਮੈਨੂੰ ਕਿਸੇ ਨੇ ਦੱਸ ਦਿੱਤਾ ਕਿ ਇੱਕ ਐਸੀ ਜਗ੍ਹਾ ਹੈਗੀ ਆ ਜਿੱਥੇ ਜੁਆਰੀ ਸਾਰੇ ਇਕੱਠੇ ਹੋ ਕੇ ਨਾ ਜੂਆ ਖੇਡਦੇ, ਤੁਸੀਂ ਉੱਥੇ ਚਲੇ ਜਾਓ। ਉਹ ਫਿਰ ਮਹਾਤਮਾ ਕਹਿਣ ਲੱਗੇ ਕਿ ਜਦੋਂ ਮੈਂ ਉਸ ਪਾਸੇ ਨੂੰ ਤੁਰਿਆ, ਜਿਉਂ ਮੈਂ ਜਿਹੜਾ ਤੁਰਿਆ ਗਿਆ ਤੇ ਜਦ ਬਿਲਕੁਲ ਜੂਏ ਖਾਨੇ ਦੇ ਸਾਹਮਣੇ ਆ ਗਿਆ, ਉਸ ਟਾਈਮ ਯਕਦਮ ਮੇਰੇ ਮਨ 'ਚ ਖਿਆਲ ਆਇਆ ਕਿ ਮੈਂ ਕਿਹੋ ਜਿਹਾ ਕਰਮ ਕਰਨ ਲੱਗਾ ਹੈ, ਜਿਸ ਕਰਮ ਨੂੰ ਮੈਂ ਸਾਰੀ ਉਮਰ ਕਦੀ ਸੋਚਿਆ ਨਹੀਂ ਹੈਗਾ। ਕਿ ਇੱਕ ਤਾਂ ਮੈਂ ਮਹਾਤਮਾ ਹੈਗਾ, ਤੇ ਦੂਸਰਾ ਜਦੋਂ ਮੈਂ ਅੰਦਰ ਜਾ ਕੇ ਜੂਆ ਖੇਡੂੰਗਾ ਤੇ ਜਿਹੜੇ ਜੁਆਰੀ ਹੈਗੇ ਆ ਉਹ ਮੈਨੂੰ ਕਿਸ ਨਜ਼ਰ ਨਾਲ ਤੱਕਣਗੇ ਕਿ ਕਿਹੋ ਜਿਹਾ ਮਹਾਤਮਾ ਹੈਗਾ ਜਿਹੜਾ ਮਹਾਤਮਾ ਦੇ ਭੇਸ ਦੇ ਵਿੱਚ ਆ ਕੇ ਇੱਥੇ ਜੂਆ ਖੇਡਦਾ ਹੈਗਾ। ਕਹਿੰਦੇ ਜਦੋਂ ਮੇਰੇ ਮਨ 'ਚ ਇਹ ਖਿਆਲ ਆਇਆ, ਉਸ ਤੋਂ ਬਾਅਦ ਫਿਰ ਕਹਿੰਦੇ ਮੈਨੂੰ ਬੜਾ ਪਛਤਾਵਾ ਹੋ ਗਿਆ ਕਿ ਮੈਂ ਜੂਏ ਖਾਨੇ ਦੇ ਸਾਹਮਣੇ ਕਿਵੇਂ ਪਹੁੰਚ ਗਿਆ ਹੈ। ਫਿਰ ਕਹਿੰਦੇ ਇਸੇ ਪਛਤਾਵੇ ਕਰਕੇ ਮੈਂ ਬਾਹਰ ਕਾਂਤ 'ਚ ਗਿਆ ਕਿ ਵਾਹਿਗੁਰੂ ਦੇ ਅੱਗੇ ਅਰਦਾਸ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ, ਇਹ ਮੈਨੂੰ ਅੱਜ ਕੀ ਹੋ ਗਿਆ? ਮੇਰੇ ਮਨ ਦੇ ਵਿੱਚ ਜੂਏ ਦੀ ਖੇਡਣ ਦੀ ਜਿਹੜੀ ਇੰਨੀ ਉਤਸੁਕਤਾ ਲੱਗ ਗਈ ਆ, ਇਹਦਾ ਕਾਰਨ ਕੀ ਹੈ ਕਿ ਮੈਂ ਤਾਂ ਕਦੀ ਖਿਆਲ ਦੇ ਵਿੱਚ ਨਹੀਂ ਸੋਚਿਆ ਕਿ ਮੈਂ ਜੂਆ ਖੇਡਾਂਗਾ। ਪਰ ਫਿਰ ਮਹਾਤਮਾ ਕਹਿੰਦੇ ਵੀ ਮੈਨੂੰ ਫਿਰ ਕਾਫੀ ਦੇਰ ਬਾਅਦ ਵਾਹਿਗੁਰੂ ਦੀ ਪ੍ਰਸੰਨਤਾ ਵੱਲੋਂ ਜੋ ਅੰਦਰ ਉਤਰ ਆਇਆ, ਉਹ ਇਹ ਆਇਆ, ਕਹਿੰਦੇ ਭਾਈ ਤੇਰਾ ਕਸੂਰ ਨਹੀਂ ਹੈਗਾ। ਅਸਲ ਦੇ ਵਿੱਚ ਗੱਲ ਇਹ ਹੈਗੀ ਆ ਕਿ ਜਿਸ ਜਗ੍ਹਾ ਤੂੰ ਸੁੱਤਾ ਪਿਆ ਨਾ, ਉਸ ਜਗ੍ਹਾ ਦੇ ਵਿੱਚ ਗੜਬੜ ਹੈਗੀ ਆ। ਕਹਿੰਦੇ ਫਿਰ ਮੇਰੇ ਮਨ 'ਚ ਆਇਆ ਕਿ ਸੁੱਤਾ ਤਾਂ ਮੈਂ ਇਸ ਕਮਰੇ 'ਚ ਸੀਗਾ, ਉਸ ਕਮਰੇ ਵਿੱਚ ਗੜਬੜ ਹੋਏਗੀ ਆ, ਤਾਂ ਜਿਹੜਾ ਇਹ ਅਸਰ ਹੈਗਾ ਜੂਏ ਦਾ, ਕਹਿੰਦੇ ਮੇਰੇ ਮਨ 'ਚ ਪਿਆ। ਫਿਰ ਉਹ ਮਹਾਤਮਾ ਕਹਿੰਦੇ ਮੈਂ ਦੁਬਾਰਾ ਫਿਰ ਉਸ ਪਿੰਡ ਗਿਆ। ਫਿਰ ਉਸ ਪਿੰਡ ਵਾਲੇ ਨੇ ਪੁੱਛਿਆ ਕਿ ਜਿਹੜਾ ਤੁਸੀਂ ਮੈਨੂੰ ਰਾਤ ਸੌਣ ਨੂੰ ਕਮਰਾ ਦਿੱਤਾ ਸੀਗਾ,
ਮੈਨੂੰ ਦੱਸੋ ਵੀ ਇਹ ਕਮਰਾ ਜਿਹੜਾ ਸੀਗਾ ਇਹ ਕਿਸ ਵਾਸਤੇ ਬਣਾਇਆ ਗਿਆ ਸੀਗਾ। ਫਿਰ ਕਹਿੰਦੇ ਉਸੇ ਪਿੰਡ ਦੇ ਕੁਝ ਲੋਕਾਂ ਨੇ ਮੈਨੂੰ ਦੱਸਿਆ ਹੈਗਾ ਕਿ ਆਪ ਮਹਾਤਮਾ ਹੈਗੇ ਆ, ਪਰ ਇਹ ਜਿਹੜਾ ਪੰਚਾਇਤੀ ਕਮਰਾ ਬਣਾਇਆ ਸੀਗਾ ਉਸ ਤੋਂ ਬਾਅਦ ਪਿੰਡ ਦੇ ਜਿਹੜੇ ਲੋਫਰ ਲੜਕੇ ਸੀਗੇ ਉਹਨਾਂ ਨੇ ਇਹਦੇ ਵਿੱਚ ਜੂਆ ਖੇਡਣ ਦਾ ਜਿਹੜਾ ਅੱਡਾ ਬਣਾ ਲਿਆ ਸੀਗਾ, ਅਤੇ ਇੱਥੇ ਜਿਹੜੇ ਆਲੇ ਦੁਆਲੇ ਲੋਕੀ ਹੁੰਦੇ ਸੀਗੇ ਉਹ ਆ ਕੇ ਇੱਥੇ ਜਿਹੜੇ ਜੁਆਰੀ ਸੀਗੇ ਜੂਆ ਖੇਡਦੇ ਹੁੰਦੇ ਸੀ। ਅਤੇ ਉਸ ਤੋਂ ਬਾਅਦ ਫਿਰ ਪੁਲਿਸ ਦਾ ਰੇਡ ਪਿਆ ਹੈਗਾ ਅਤੇ ਫਿਰ ਜੂਏ ਵਾਲੇ ਫੜੇ ਗਏ। ਉਦੋਂ ਦਾ ਇਹ ਕਮਰਾ ਜਿਹੜਾ ਬੰਦ ਕਰ ਦਿੱਤਾ ਗਿਆ, ਪਰ ਇਹ ਪਹਿਲੀ ਵਾਰੀ ਕਮਰਾ ਜਿਹੜਾ ਤੁਹਾਡੇ ਵਾਸਤੇ ਖੋਲ੍ਹਿਆ। ਜਦ ਇਹ ਸਾਰੀ ਗੱਲਬਾਤ ਉਸ ਪਿੰਡ ਦੇ ਨਗਰ ਦੇ ਲੋਕਾਂ ਨੇ ਮਹਾਤਮਾ ਨੂੰ ਦੱਸੀ ਅਤੇ ਦੇਖੋ ਮਹਾਂਪੁਰਖਾਂ ਨੂੰ ਸਮਝਣ ਦੇ ਵਿੱਚ ਢੇਰ ਨਹੀਂ ਲੱਗੀ। ਫਿਰ ਉਹਨਾਂ ਨੇ ਕਿਹਾ ਕਿ ਵਾਕਿਆ ਗੱਲ ਠੀਕ ਹੈ ਕਿ ਹੁਣ ਮੈਨੂੰ ਸਮਝ ਆਈ ਆ ਕਿ ਮੇਰਾ ਮਨ ਜਿਹੜਾ ਹੈ ਨਾ ਜੂਏ ਖੇਡਣ ਨੂੰ ਇੰਨਾ ਕਾਲਾ ਕਿਉਂ ਪੈ ਗਿਆ ਹੈਗਾ। ਇਹ ਸਾਰਾ ਜਿਹੜਾ ਹੈ ਨਾ ਉਸ ਕਮਰੇ ਦੇ ਵਿੱਚ ਜਿਹੜੀਆਂ ਜੂਏ ਦੀਆਂ ਤਰੰਗਾਂ ਸੀਗੀਆਂ ਉਹਨੇ ਲੋਕਾਂ ਦੀਆਂ, ਉਹਦੇ ਕਮਰੇ ਦੇ ਉਸ ਜੂਏ ਦੀਆਂ ਤਰੰਗਾਂ ਦੇ ਨਾਲ ਕਮਰੇ ਦੀ ਜਿਹੜੀ ਆਬੋ ਹਵਾ ਸੀਗੀ ਇੰਨੀ ਭਰੀ ਪਈ ਸੀ ਕਿ ਉਹਦਾ ਮੇਰੇ ਸਿੱਧੇ ਮਨ 'ਤੇ ਅਸਰ ਹੋਇਆ ਕਿ ਮੈਂ ਜਾ ਕੇ ਜੂਆ ਖੇਡਾਂ। ਦੇਖੋ ਜਿਹੋ ਜਿਹਾ ਇਨਸਾਨਾਂ ਦੇ ਮਨ ਦੇ ਅੰਦਰ ਵਿਚਾਰ ਚੱਲਦੇ ਆ ਉਹੋ ਜਿਹੇ ਵਿਚਾਰ ਜਿਹੜੇ ਹਨ ਉਹ ਬਾਹਰ ਵੀ ਚੱਲਦੇ ਆ, ਪਰ ਕਿਉਂਕਿ ਜੂਆਖਾਨਾ ਸੀਗਾ ਇਸ ਕਰਕੇ ਜਿੰਨੇ ਵੀ ਜਿਹੜੇ ਜੁਆਰੀ ਇੱਥੇ ਜੂਆ ਖੇਡਣ ਹੁੰਦੇ ਸੀ ਸਾਰਿਆਂ ਦੀਆਂ ਤਰੰਗਾਂ ਜਿਹੜੀਆਂ ਸੀ ਜੂਏ ਵਾਲੀਆਂ ਸੀਗੀਆਂ, ਜਿਹਦੇ ਕਰਕੇ ਉਹ ਕਮਰੇ ਦੀ ਸਾਰੀ ਜਿਹੜੀ ਆਬੋ ਹਵਾ ਸੀ ਹੈ ਨਾ ਉਹ ਸਾਰੀ ਜੁਆਰੀ ਬਣ ਗਈ ਸੀਗੀ। ਅਤੇ ਦੇਖੋ ਅਗਰ ਉੱਥੇ ਇੱਕ ਸਧਾਰਨ ਆਦਮੀ ਆਵੇ ਤਾਂ ਉਹਦਾ ਕੀ ਹਾਲ ਹੋਊਗਾ, ਪਰ ਦੇਖੋ ਉਹ ਤਾਂ ਮਹਾਤਮਾ ਸੀਗੇ, ਨਾਮ ਜਪਣ ਵਾਲੀ ਰੂਹ ਸੀਗੀ, ਪਵਿੱਤਰ ਰੂਹ ਸੀਗੀ, ਉਹਨਾਂ ਉੱਤੇ ਵੀ ਜਾਣੀ ਕਿ ਉਹ ਇੰਨੀਆਂ ਸ਼ਕਤੀਸ਼ਾਲੀ ਤਰੰਗਾਂ ਜੂਏ ਦੀਆਂ ਅੰਦਰ ਭਰੀਆਂ ਸੀਗੀਆਂ ਕਿ ਉਹ ਮਹਾਤਮਾ ਜਿਹੜੇ ਸੀਗੇ ਉਹ ਵੀ ਉਹਨਾਂ ਤਰੰਗਾਂ ਦੀ ਲਪੇਟ ਦੇ ਵਿੱਚ ਆ ਗਏ ਸੀ। ਅਤੇ ਫਿਰ ਇਸ ਕਰਕੇ ਮਹਾਤਮਾ ਦੇ ਮਨ ਦੇ ਵਿੱਚ ਜੂਆ ਖੇਡਣ ਦੀ ਕਾਹਲ ਬਣ ਗਈ ਸੀ, ਇਸੇ ਕਰਕੇ ਉਹ ਜਿਹੜੇ ਸੀਗੇ ਜੂਆ ਖੇਡਣ ਚਲੇ ਗਏ ਸੀ। ਪਰ ਦੇਖੋ ਮਾਲਕ ਨੇ ਕਿਰਪਾ ਕੀਤੀ, ਕੋਈ ਚੰਗਾ ਕਰਮ ਉਹਨਾਂ ਦੇ ਅੱਗੇ ਆ ਗਿਆ ਅਤੇ ਜਿਹਦੇ ਕਰਕੇ ਉਹਨਾਂ ਦਾ ਆ ਜਿਹੜਾ ਬੁਰਾ ਕਰਮ ਜੂਏ ਖੇਡਣ ਵਾਲਾ ਇਹੋ ਜਿਹੜੀ ਬਲਾ ਸੀਗੀ ਬੁਰੇ ਕਰਮ ਦੀ ਉਹ ਤੋਂ ਉਹਨਾਂ ਨੂੰ ਜਿਹੜੀ ਸੀਗੀ ਉਹ ਸਦਾ ਵਾਸਤੇ ਖਲਾਸੀ ਮਿਲ ਗਈ। ਇਸ ਤਰ੍ਹਾਂ ਦਾਸ ਨੇ ਇੱਕ ਦੂਸਰਾ ਪ੍ਰਮਾਣ ਵੀ ਆਪ ਸੰਗਤਾਂ ਨਾਲ ਸਾਂਝਾ ਕਰਦਾ। ਉਹ ਕੀ ਸੀਗਾ ਕਿ ਇੱਕ ਕੋਈ ਮਹਾਤਮਾ ਨਾ ਕਿਸੇ ਪਿੰਡ ਦੇ ਨਗਰ ਦੇ ਵਿੱਚ ਬਾਹਰ ਬੈਠ ਗਏ। ਜਦ ਬੈਠੇ ਆ ਤਾਂ ਉੱਥੇ ਦਰਖਤ ਦੇ ਨਾਲ ਢੋਲ ਲਾ ਕੇ ਭਜਨ ਬੰਦਗੀ ਕਰਦੇ ਆ। ਅਤੇ ਦੇਖੋ ਭਜਨ ਬੰਦਗੀ ਕਰਦੇ ਨੂੰ ਜਦ 1 2 3 ਦਿਨ ਹੋਏ, ਉਹ ਪਿੰਡ ਦੇ ਲੋਕੀ ਜਦੋਂ ਆਉਂਦੇ ਉਹ ਦੇਖਦੇ ਆ ਕਿ ਕੋਈ ਇੱਥੇ ਬੈਠਾ ਹੈਗਾ ਅਤੇ ਕੋਈ ਰੱਬ ਦਾ ਪਿਆਰਾ ਹੈਗਾ ਵੀ ਉਹ ਭਜਨ ਬੰਦਗੀ ਕਰਦਾ। ਪਰ ਉੱਥੇ ਦੇ ਲੋਕਾਂ ਦਾ ਸੁਭਾਅ ਇਸ ਤਰ੍ਹਾਂ ਦਾ ਸੀਗਾ ਕਿ ਉਹਨੇ ਆਪਣੇ ਜੀਵਨ ਦੇ ਵਿੱਚ ਕਦੇ ਕੋਈ ਕਿਸੇ ਸਾਧੂ ਦੀ ਸੰਗਤ ਨਹੀਂ ਸੀ ਕੀਤੀ। ਉਹਨਾਂ ਲੋਕਾਂ ਨੂੰ ਇਹ ਨਹੀਂ ਸੀ ਪਤਾ ਕਿ ਇਹ ਜਿਹੜੇ ਮਹਾਤਮਾ ਸਾਧੂ ਰੱਬ ਦੇ ਪਿਆਰੇ ਹੁੰਦੇ ਕੌਣ ਆਦਮੀ ਹੁੰਦੇ ਆ। ਬਸ ਉਹ ਪਿੰਡ ਦੇ ਜਿਹੜੇ ਲੋਕੀ ਸੀਗੇ ਇੰਨੇ ਨਾਮ ਬਾਣੀ ਤੋਂ ਸਖਣੇ ਸੀਗੇ ਹੈ ਨਾ ਕਿ ਉਹ ਮਹਾਤਮਾ ਦੇ ਕੋਲੋਂ ਤਾਂ ਲੰਘਦੇ ਰਹੇ, ਲੰਗਰ ਪਾਣੀ ਪ੍ਰਸ਼ਾਦੇ ਦੀ ਸੇਵਾ ਤੋਂ ਨਹੀਂ ਕੀ ਕਰਨੀ ਆ। ਉਹਨਾਂ ਨੇ ਕਦੀ ਮਹਾਤਮਾ ਨੂੰ ਨਮਸਕਾਰ ਵੀ ਨਹੀਂ ਕੀਤੀ, ਕੋਲੋਂ ਲੰਘਦੇ ਗਏ। ਹੁਣ ਮਹਾਤਮਾ ਜਿਹੜੇ ਸੀਗੇ ਉਹ ਮਨ ਦੇ ਵਿੱਚ ਸੋਚਦੇ ਤੱਕਦੇ ਆ ਕਿ ਦੇਖੋ ਮੈਂ ਕਿਸੇ ਵੀ ਨਗਰ 'ਚ ਚਲੇ ਜਾਵਾਂ ਉੱਥੇ ਰੱਬ ਦਾ ਪਿਆਰਾ ਕੋਈ ਨਾ ਕੋਈ ਜ਼ਰੂਰ ਜਿਹੜੇ ਹੈਗੇ 2 4 5 10 ਪ੍ਰੇਮੀ ਉਸ ਨਗਰ ਦੇ ਹੁੰਦੇ ਆ ਜਿਹੜੇ ਸੇਵਾ ਵਾਸਤੇ ਆ ਜਾਂਦੇ ਆ। ਲੇਕਿਨ ਇਹ ਕਿਹੋ ਜਿਹਾ ਨਗਰ ਹੈਗਾ ਜਿੱਥੇ ਦੇ ਲੋਕੀ ਜਿਹੜੇ ਹੈਗੇ ਪ੍ਰਸ਼ਾਦਾ ਪਾਣੀ ਤਾਂ ਕੀ ਦੇਣਾ ਹੈਗਾ, ਦਾਸ ਨੂੰ ਨਮਸਕਾਰ ਕਰਨ ਤੋਂ ਵੀ ਹੈ ਨਾ ਗਰੇਜ ਕਰਦੇ ਪਰੇ ਪਰੇ ਰਹਿੰਦੇ ਆ। ਇਸ ਤਰ੍ਹਾਂ ਮਹਾਤਮਾ ਹਜੇ ਮਨ 'ਚ ਸੋਚਦੇ ਸੀਗੇ। ਉਸੇ ਹੀ ਨਗਰ ਦਾ ਇੱਕ ਦੰਪਤੀ ਜੋੜਾ ਸੀ ਪਤੀ ਪਤਨੀ ਦਾ। ਉਹ ਜਦੋਂ ਉੱਥੋਂ ਦੀ ਲੰਘਿਆ ਉਹਨਾਂ ਦੀ ਨਜ਼ਰ ਉਸ ਮਹਾਤਮਾ 'ਤੇ ਪਈ। ਉਹਨਾਂ ਨੇ ਮਨ 'ਚ ਸੋਚਿਆ ਵੀ ਇਹ ਮਹਾਤਮਾ ਜਿਹੜੇ ਹੈਗੇ ਆ ਸਾਨੂੰ ਲੱਗਦਾ ਵੀ 2 4 ਦਿਨ ਤੋਂ ਭੁੱਖੇ ਆ, ਇਹਨਾਂ ਨੇ ਪ੍ਰਸ਼ਾਦਾ ਪਾਣੀ ਨਹੀਂ ਛਕਿਆ। ਉਹਨਾਂ ਨੇ ਆ ਕੇ ਹੈ ਨਾ ਫਿਰ ਮਹਾਤਮਾ ਨੂੰ ਸਹਿਜ ਵਿੱਚ ਨਮਸਕਾਰ ਕੀਤਾ ਅਤੇ ਨਮਸਕਾਰ ਕਰਕੇ ਜਦੋਂ ਬੈਠੇ ਆ ਉਹਨਾਂ ਨੇ ਫਿਰ ਦੰਪਤੀ ਨੇ ਹੈ ਨਾ ਮਹਾਤਮਾ ਨੂੰ ਪੁੱਛਿਆ ਕਿ ਤੁਸੀਂ ਜਦੋਂ ਦੇ ਆਏ ਆ ਵੀ ਤੁਸੀਂ ਕੋਈ ਅੰਨ ਜਲ ਪਾਣੀ ਗ੍ਰਹਿਣ ਕੀਤਾ ਹੈ। ਅਤੇ ਮਹਾਤਮਾ ਕਹਿਣ ਲੱਗੇ ਵੀ ਫਿਰ ਹਾਲ ਤਾਂ ਕੋਈ ਇੱਛਾ ਨਹੀਂ ਹੈਗੀ ਆ, ਪਰ ਹਾਂ ਭੁੱਖ ਜ਼ਰੂਰ ਲੱਗੀ ਆ, ਅਗਰ ਮਿਲ ਜਾਏਗਾ ਤਾਂ ਫਿਰ ਅਸੀਂ ਛਕ ਵੀ ਲਵਾਂਗੇ। ਜਦ ਇੰਨੀ ਗੱਲ ਹੋਈ ਤਾਂ ਫਿਰ ਉਹ ਜਿਹੜੇ ਪਤੀ ਪਤਨੀ ਸੀ ਉਹ ਕਹਿਣ ਲੱਗੇ ਕਿ ਤੁਸੀਂ ਇੱਥੇ ਬੈਠੋ, ਅਸੀਂ ਤੁਹਾਡੇ ਵਾਸਤੇ ਨਾ ਪ੍ਰਸ਼ਾਦਾ ਲੈ ਕੇ ਆਉਂਦੇ ਹਾਂ। ਉਹ ਦੋਨੇ ਘਰ ਚੱਲ ਗਏ। ਘਰ ਜਾ ਕੇ ਉਹਨਾਂ ਨੇ ਪ੍ਰੇਮ ਨਾਲ ਪ੍ਰਸ਼ਾਦਾ ਬਣਾਇਆ, ਮਹਾਤਮਾ ਵਾਸਤੇ ਲੈ ਕੇ ਆਏ ਅਤੇ ਮਹਾਤਮਾ ਨੂੰ ਛਕਾਇਆ। ਇਸ ਤਰ੍ਹਾਂ ਉਹ ਜਿਹੜੇ ਸੀ ਪਤੀ ਪਤਨੀ ਪ੍ਰਸ਼ਾਦਾ ਛਕਾ ਕੇ ਘਰ ਚੱਲ ਗਏ, ਪਰ ਉਹਨਾਂ ਨੇ ਮਹਾਤਮਾ ਦੇ ਪਾਸ ਕੋਈ ਗੱਲਬਾਤ ਨਹੀਂ ਕੀਤੀ, ਨਾ ਤਾਂ ਕੋਈ ਸੰਗਤ ਦੀ ਨਾ ਕੁਛ ਹੋਰ, ਬਸ ਪ੍ਰਸ਼ਾਦਾ ਛਕਾ ਕੇ ਚੁੱਪ ਚਪੀਤੇ ਘਰ ਨੂੰ ਚੱਲ ਗਏ। ਹੁਣ ਮਹਾਤਮਾ ਨੇ ਪ੍ਰਸ਼ਾਦਾ ਛਕ ਲਿਆ, ਮਨ 'ਚ ਸੋਚਿਆ ਕਿ ਆਮ ਜਿੰਨੀ ਵੀ ਸੰਗਤ ਉਹਨਾਂ ਦੀ ਜ਼ਿੰਦਗੀ 'ਚ ਆਉਂਦੀ ਆ ਉਹ ਕੋਈ ਨਾ ਕੋਈ ਆਪਣੇ ਘਰ ਦੀ ਸਮੱਸਿਆ ਅਤੇ ਜਾਂ ਵੈਸੇ ਕੋਈ ਰੱਬ ਦੇ ਘਰ ਦੀ ਗੱਲ ਜਾਂ ਕੋਈ ਨਾ ਕੋਈ ਗੱਲਬਾਤ ਵਿਚਾਰ ਜ਼ਰੂਰ ਕਰਦੇ ਆ। ਪਰ ਇਹ ਆਇਆ ਮੇਰੇ ਮੂਹਰੇ ਪ੍ਰਸ਼ਾਦਾ ਰੱਖ ਕੇ ਚੁੱਪ ਕਰਕੇ ਬੈਠ ਗਏ ਅਤੇ ਘਰ ਚਲੇ ਗਏ, ਪਰ ਇਹਨਾਂ ਨੇ ਮੇਰੇ ਨਾਲ ਕੋਈ ਵੀ ਇਸ ਤਰ੍ਹਾਂ ਦੀ ਵਿਚਾਰ ਸਾਂਝੀ ਨਹੀਂ ਕੀਤੀ। ਖੈਰ ਮਹਾਤਮਾ ਦੇ ਮਨ 'ਚ ਆਇਆ ਵੀ ਕਿਉਂ ਨਾ ਹੋਵੇ ਕੁਛ ਦਿਨ ਇੱਥੇ ਰੁਕਿਆ ਜਾਵੇ, ਥੋੜ੍ਹਾ ਦੇਖਿਆ ਜਾਵੇ ਕਿ ਇਹੋ ਜਿਹਾ ਇਸ ਨਗਰ ਦੇ ਵਿੱਚ ਕੀ ਹੈਗਾ
ਫਿਰ ਮਹਾਤਮਾ ਨੇ ਦੇਖਿਆ ਕਿ ਉਹੀ ਜਿਹੜੇ ਜੇ ਦੰਪਤੀ ਸੀਗੇ, ਪਤੀ ਪਤਨੀ ਦਾ ਜੋੜਾ, ਰੋਜ਼ ਆਉਂਦਾ, ਉਹਨਾਂ ਨੂੰ ਪ੍ਰਸ਼ਾਦਾ ਦੇ ਕੇ ਚਲੇ ਜਾਂਦਾ, ਪਰ ਗੱਲਬਾਤ ਵਿਚਾਰ ਕੋਈ ਨਹੀਂ ਕਰਦੇ। ਪਰ ਬਾਕੀ ਜਿੰਨੇ ਵੀ ਉੱਥੇ ਦੇ ਨਗਰ ਨਿਵਾਸੀ ਆ ਨਾ, ਉਹ ਸਾਰੇ ਉੱਥੋਂ ਕੋਲੋਂ ਦੀ ਲੰਘਦੇ ਵੜਦੇ ਆ, ਪਰ ਮਹਾਤਮਾ ਨੂੰ ਕੋਈ ਜਿਹੜਾ ਵਿਅਕਤੀ ਆ ਕੋਈ ਨਹੀਂ ਬੁਲਾਉਂਦਾ। ਨਮਸਕਾਰ ਕਰਨੀ ਤਾਂ ਦੂਰ ਦੀ ਗੱਲ ਹੈ। ਫਿਰ ਮਹਾਤਮਾ ਨੇ ਸੋਚਿਆ ਵੀ ਚਲੋ ਪਤਾ ਨਹੀਂ ਇਸ ਨਗਰ ਦੇ ਕਿਹੋ ਜਿਹੇ ਭਾਗ ਹੋਣਗੇ, ਕਿਹੋ ਜਿਹੇ ਲੋਕੀ ਹੋਣਗੇ। ਫਿਰ 2-4 ਦਿਨ ਜਦ ਉਹ ਜਿਹੜੇ ਦੰਪਤੀ ਸੀਗੇ ਉਹ ਮਹਾਤਮਾ ਵਾਸਤੇ ਰੋਜ਼ ਪ੍ਰਸ਼ਾਦਾ ਪਾਣੀ ਲੈ ਕੇ ਆਉਂਦੇ ਰਹੇ। ਫਿਰ ਇੱਕ ਦਿਨ ਮਹਾਤਮਾ ਨੇ ਮਨ 'ਚ ਵਿਚਾਰ ਕੀਤੀ ਕਿ ਅੱਜ ਮੈਂ ਇਹ ਦੇਖਾਂ ਹੈਗਾ ਵੀ ਇਹ ਪ੍ਰਸ਼ਾਦਾ ਮੇਰਾ ਲੈ ਕੇ ਆਉਂਦੇ ਆ, ਪਰ ਇਹੋ ਹੀ ਹੈ ਜਿਹੜੇ ਪਤੀ ਪਤਨੀ, ਹੋਰ ਕੋਈ ਨਗਰ 'ਚ ਕੋਈ ਵੀ ਜਿਹੜਾ ਵਿਅਕਤੀ ਆ ਮੇਰੇ ਵਾਸਤੇ ਕੋਈ ਵੀ ਚੀਜ਼ ਲੈ ਕੇ ਨਹੀਂ ਆਉਂਦਾ। ਫਿਰ ਜਿਸ ਦਿਨ ਉਹ ਜਿਹੜੇ ਦੰਪਤੀ ਮਹਾਤਮਾ ਵਾਸਤੇ ਪ੍ਰਸ਼ਾਦਾ ਲੈ ਕੇ ਆਏ ਤਾਂ ਮਹਾਂਪੁਰਖਾਂ ਨੇ ਉਹਨਾਂ ਕਹਿਤਾ ਕਿ ਅੱਜ ਮੈਂ ਤੁਹਾਡਾ ਪ੍ਰਸ਼ਾਦਾ ਛਕ ਲੈਂਦਾ, ਪਰ ਕੱਲ੍ਹ ਮੈਂ ਜਿਹੜਾ ਪ੍ਰਸ਼ਾਦਾ ਹੈਗਾ ਇੱਥੇ ਨਹੀਂ ਤੁਹਾਡੇ ਘਰ ਜਾ ਕੇ ਛਕਾਂਗਾ। ਜਦ ਇੰਨੀ ਗੱਲ ਹੋਈ ਤਾਂ ਦੋਨੇ ਚੁੱਪ ਕਰਕੇ ਕਹਿਣ ਲੱਗੇ ਜੀ ਠੀਕ ਆ, ਫਿਰ ਤਾਂ ਸਾਨੂੰ ਆਉਣ ਦੀ ਖੇਚਲ ਨਹੀਂ ਹੋਗੀ, ਤੁਸੀਂ ਸਾਡੇ ਘਰ ਛਕ ਲਿਓ, ਅਸੀਂ ਬਣਾ ਕੇ ਰੱਖਾਂਗੇ। ਉਹ ਦੋਨੇ ਪਤੀ ਪਤਨੀ ਚਲੇ ਗਏ। ਅਗਲੇ ਦਿਨ ਮਹਾਤਮਾ ਆਪ ਜਿਹੜੇ ਸੀਗੇ ਉਹਨਾਂ ਦੇ ਦੱਸੇ ਹੋਏ ਪਤੇ 'ਤੇ ਉਹਨਾਂ ਦੇ ਘਰ ਚਲੇ ਗਏ। ਜਦ ਘਰ ਚਲੇ ਗਏ, ਜਿਸ ਬੈਠਕ ਵਿੱਚ ਉਹਨਾਂ ਨੂੰ ਬਿਠਾਇਆ ਗਿਆ ਅਤੇ ਉਹਨਾਂ ਨੇ ਆਲੇ ਦੁਆਲੇ ਦੇਖਿਆ ਕਿ ਇਸ ਘਰ ਦਾ ਕਿਹੋ ਜਿਹਾ ਮਾਹੌਲ ਹੈ, ਕੀ ਗੱਲਬਾਤ ਆ। ਪਰ ਮਹਾਤਮਾ ਨੇ ਜਦ ਧਿਆਨ ਦੇ ਨਾਲ ਦੇਖਿਆ ਤਾਂ ਕੀ ਦੇਖਿਆ, ਉਸ ਘਰ ਦੇ ਵਿੱਚ ਨਾਮ ਦੀ ਸੁਗੰਧੀ ਦੀ ਕੋਈ ਵੀ ਜਿਹੜੀ ਕਿਰਨ ਹੈ ਮਹਾਤਮਾ ਦੇ ਅਨੁਭੂਤੀ ਦੇ ਵਿੱਚ ਨਹੀਂ ਆਈ। ਉਹ ਮਹਾਤਮਾ ਬੜੇ ਹੈਰਾਨ ਹੋਏ ਕਿ ਕਮਾਲ ਹੈ, ਇਸ ਘਰ ਦੇ ਵਿੱਚ ਕਦੀ ਕੋਈ ਸਤਸੰਗ ਨਹੀਂ, ਕੋਈ ਭਜਨ, ਕੋਈ ਸਿਮਰਨ ਨਹੀਂ। ਮਨ ਵਿੱਚ ਖਿਆਲ ਕੀਤਾ ਕਿ ਇਹਨਾਂ ਲੋਕਾਂ ਨੂੰ ਇਸ ਅਧਿਆਤਮਿਕ ਮਾਰਗ ਦਾ ਬਿਲਕੁਲ ਪਤਾ ਹੀ ਨਹੀਂ ਹੈ, ਇਹ ਬਿਲਕੁਲ ਸੱਖਣੇ ਹੈਗੇ ਆ ਰੂਹਾਨੀਅਤ ਦੀਆਂ ਗੱਲਾਂ ਤੋਂ। ਪਰ ਕੁਦਰਤੀ ਮਹਾਤਮਾ ਨੇ ਜਦ ਪੂਰਾ ਇਹ ਅਨੁਭਵ ਕਰ ਲਿਆ ਤਾਂ ਫਿਰ ਕੁਦਰਤੀ ਮਹਾਤਮਾ ਦੀ ਨਿਗਾਹ ਜਿਹੜੀ ਸੀ ਨਾ ਉੱਪਰ ਛੱਤ 'ਤੇ ਪਈ। ਜਦ ਛੱਤ 'ਤੇ ਪਈ ਤਾਂ ਕੀ ਦੇਖਿਆ, ਜਿਸ ਬੈਠਕ 'ਚ ਬੈਠੇ ਸੀਗੇ ਉਸ ਬੈਠਕ ਦੀ ਛੱਤ ਦੇ ਉੱਤੇ ਜਿਹੜੀਆਂ ਸ਼ਤੀਰੀਆਂ ਪਈਆਂ ਸੀਗੀਆਂ, ਉਹਨਾਂ ਸ਼ਤੀਰੀਆਂ ਦੇ ਵਿੱਚੋਂ ਨਾਮ ਦੀ ਮਹਿਕ ਆ ਰਹੀ ਸੀ। ਜਦੋਂ ਮਹਾਤਮਾ ਦੀ ਅਨੁਭੂਤੀ ਵਿੱਚ ਇਹ ਆਇਆ ਕਿ ਇਹਨਾਂ ਸ਼ਤੀਰੀਆਂ ਦੇ ਵਿੱਚੋਂ ਨਾਮ ਦੀ ਖੁਸ਼ਬੂ ਸੁਗੰਧੀ ਆ ਰਹੀ ਆ, ਫਿਰ ਮਹਾਤਮਾ ਨੇ ਆਪਣੇ ਅੰਤਰ ਧਿਆਨ ਹੋ ਕੇ ਉਹ ਸ਼ਤੀਰੀਆਂ ਨੂੰ ਆਪਣੇ ਜਦ ਧਿਆਨ ਦੇ ਵਿੱਚ ਲਿਆ ਕੇ ਦੇਖਿਆ ਕਿ ਅਸੀਂ ਦੇਖੀਏ ਕਿ ਇਹਨਾਂ ਸ਼ਤੀਰੀਆਂ ਦੇ ਪਿੱਛੇ ਕੀ ਭੇਦ ਵਾ। ਫਿਰ ਮਹਾਤਮਾ ਨੂੰ ਪਤਾ ਲੱਗਾ ਕਿ ਇਹ ਸ਼ਤੀਰੀਆਂ ਜਿਸ ਦਰਖਤ ਦੀਆਂ ਬਣੀਆਂ ਹੈਗੀਆਂ, ਜਿਸ ਬ੍ਰਿਕਸ਼ ਦੀਆਂ ਬਣੀਆਂ, ਉਸ ਬ੍ਰਿਕਸ਼ ਦੇ ਥੱਲੇ ਕਿਸੇ ਸਾਧੂ ਮਹਾਤਮਾ ਨੇ ਕਾਫੀ ਜਿਹੜੇ ਸਾਲ ਵਹਾਨਾ ਉੱਥੇ ਬੈਠ ਕੇ ਭਜਨ ਬੰਦਗੀ ਕੀਤੀ ਆ। ਸੋ ਉਸ ਬ੍ਰਿਕਸ਼ ਦੇ ਥੱਲੇ ਕਿਸੇ ਮਹਾਤਮਾ ਦੀ ਕੀਤੀ ਹੋਈ ਭਜਨ ਬੰਦਗੀ ਦਾ ਜਿਹੜਾ ਅਸਰ ਹੈ, ਤਰੰਗਾਂ ਜੋ ਉਹਦੀਆਂ ਵੇਵਜ਼ ਸੀਗੀਆਂ, ਉਹਨਾਂ ਦਾ ਜਿਹੜਾ ਪ੍ਰਭਾਵ ਸੀਗਾ ਇਹ ਦਰਖਤ ਕਬੂਲਦਾ ਰਿਹਾ। ਅਤੇ ਜਦੋਂ ਇਹ ਦਰਖਤ ਕਬੂਲਦਾ ਗਿਆ ਅਤੇ ਮਹਾਤਮਾ ਦੇ ਨਾਲ ਇਸ ਦਰਖਤ ਦੇ ਵਿੱਚ ਵੀ ਨਾਮ ਦੀਆਂ ਸੁਗੰਧੀ ਆ ਗਈ ਆ। ਜਦ ਨਾਮ ਦੀ ਸੁਗੰਧੀ ਆ ਗਈ, ਇਹ ਵੀ ਜਿਹੜਾ ਦਰਖਤ ਸੀਗਾ ਨਾਮ ਦੀ ਸੁਗੰਧੀ ਦੇ ਨਾਲ ਮਹਿਕਣ ਲੱਗ ਪਿਆ। ਅਤੇ ਜਦੋਂ ਫਿਰ ਉਹ ਮਹਾਤਮਾ ਚਲੇ ਗਏ, ਇਹ ਦਰਖਤ ਕੱਟਿਆ ਗਿਆ, ਇਹਦੀਆਂ ਸ਼ਤੀਰੀਆਂ ਬਣਾਈਆਂ ਕਿਸੇ ਲੱਕੜਹਾਰੇ ਨੇ। ਜਦ ਉਹ ਵੇਚੀਆਂ ਅਤੇ ਇਹ ਸ਼ਤੀਰੀਆਂ ਜਿਹੜੀਆਂ ਸੀਗੀਆਂ ਇਹਨਾਂ ਦੇ ਘਰ ਆ ਗਈਆਂ ਸਬੱਬ ਦੇ ਨਾਲ, ਅਤੇ ਇਹਨਾਂ ਨੇ ਕੋਠੇ 'ਤੇ ਪਾ ਲਈਆਂ। ਅਤੇ ਅੱਜ ਉਹਨਾਂ ਸ਼ਤੀਰੀਆਂ ਦਾ ਵੀ ਪ੍ਰਭਾਵ ਹੈਗਾ ਕਿ ਇਹਨਾਂ ਦੇ ਅੰਦਰ ਕਿਸੇ ਸਾਧ ਨੂੰ ਦੇਖ ਕੇ ਖਿੱਚ ਬਣ ਜਾਂਦੀ ਆ ਕਿ ਅਸੀਂ ਇਸ ਨੂੰ ਪ੍ਰਸ਼ਾਦਾ ਛਕਾਈਏ। ਲੇਕਿਨ ਅੰਦਰੋਂ ਜਿਹੜਾ ਦੇ ਕਰਮ ਹੈ ਨਾ ਉਹ ਇਹੋ ਜਿਹੇ ਨਹੀਂ ਹੈ। ਕੇਵਲ ਅਤੇ ਕੇਵਲ ਉਹ ਸ਼ਤੀਰੀਆਂ ਦੀ ਐਸੀ ਕਰਿਸ਼ਮਾਮਈ ਜਿਹੜੀ ਸੁਗੰਧੀ ਹੈਗੀ ਉਹ ਹੀ ਇਸ ਦੰਪਤੀ ਜੋੜੇ ਨੂੰ ਪ੍ਰੇਰਿਤ ਕਰਦੀ ਹੈ ਕਿ ਕਿਸੇ ਸਾਧੂ ਦੀ ਜਾ ਕੇ ਸੇਵਾ ਕਰੋ। ਦੇਖੋ, ਜਦੋਂ ਮਹਾਤਮਾ ਨੂੰ ਇਹ ਸਾਰੀ ਗੱਲਬਾਤ ਜਿਹੜੀ ਸੀ ਭਜਨ ਬੰਦਗੀ 'ਚ ਖੁੱਲ੍ਹੀ ਅਤੇ ਉਹਨਾਂ ਨੇ ਉਹ ਜਿਹੜੀਆਂ ਸ਼ਤੀਰੀਆਂ ਪਈਆਂ ਸੀਗਾ ਉਸ ਨੂੰ ਡੰਡੌਤ ਬੰਧਨ ਕੀਤਾ। ਜਦ ਡੰਡੌਤ ਬੰਧਨ ਕੀਤਾ ਤਾਂ ਫਿਰ ਉਹ ਘਰਦਿਆਂ ਨੇ ਪੁੱਛਿਆ ਕਿ ਤੁਸੀਂ ਇਸ ਨੂੰ ਕਾਹਤੇ ਮੱਥਾ ਟੇਕਦੇ, ਇਹ ਤਾਂ ਲੱਕੜ ਦੀਆਂ ਬਣੀਆਂ। ਫਿਰ ਮਹਾਤਮਾ ਕਹਿਣ ਲੱਗੇ ਲੱਕੜ ਨਹੀਂ ਹੈਗੀ ਆ ਭਾਈ, ਇਹ ਨਾਮ ਰੂਪੀ ਸੁਗੰਧੀ ਹੈ ਜਿਹਦੇ ਸਦਕੇ ਤੁਸੀਂ ਸਾਨੂੰ ਪ੍ਰਸ਼ਾਦਾ ਛਕਾਇਆ ਹੈਗਾ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਜਿਹੜੀਆਂ ਅੰਦਰ ਤਰੰਗਾਂ ਬਣਦੀਆਂ ਹੈਗੀਆਂ, ਚਾਹੇ ਉਹ ਸ਼ੁਭ ਹੋਣ ਚਾਹੇ ਅਸ਼ੁਭ ਹੋਣ, ਉਹਨਾਂ ਦਾ ਪ੍ਰਭਾਵ ਅੰਦਰ ਤਾਂ ਪੈਂਦਾ, ਉਹ ਪ੍ਰਭਾਵ ਬਾਹਰ ਮੁਖੀ ਜੜ ਅਤੇ ਚੇਤਨ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਵੀ ਕਬੂਲਦੀਆਂ ਹੈਗੀਆਂ। ਜਾਂ ਉਹਨਾਂ ਵਸਤਾਂ ਦੇ ਉੱਤੇ ਉਹਨਾਂ ਚੀਜ਼ਾਂ ਦਾ ਪ੍ਰਭਾਵ ਪੈਂਦਾ ਹੈਗਾ। ਫਿਰ ਜਿਹੋ ਜਿਹਾ ਵਿਅਕਤੀ ਜਿਹੜਾ ਹੈਗਾ ਉਹਨਾਂ ਚੀਜ਼ਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਵਿਹਾਰ ਦੇ ਵਿੱਚ ਇਸਤੇਮਾਲ ਕਰੇਗਾ, ਫਿਰ ਉਹ ਆਪਣਾ ਪ੍ਰਭਾਵ ਜ਼ਰੂਰ ਰੱਖਦੀਆਂ ਹੈ। ਜਿਵੇਂ ਦਾਸ ਨੇ ਆਪਾਂ ਨੂੰ ਦੱਸਿਆ ਹੈਗਾ ਕਿ ਜਿਵੇਂ ਉਹ ਕੋਠਾ ਸੀਗਾ ਜਿਹਦੇ ਵਿੱਚ ਜਿਹੜੇ ਜੁਆਰੀ ਜੂਆ ਖੇਡਦੇ ਸੀ, ਉਹਦੇ ਕੋਠੇ ਦੇ ਪ੍ਰਭਾਵ ਦੇ ਕਾਰਨ ਉਹਦੀਆਂ ਵੇਵਜ਼ ਤਰੰਗਾਂ ਇਹੋ ਜਿਹੀਆਂ ਸੀਗੀਆਂ ਕਿ ਮਹਾਤਮਾ ਦਾ ਚਿੱਤ ਕੀਤਾ ਕਿ ਜਾ ਕੇ ਜੂਆ ਖੇਡਾਂ। ਪਰ ਇੱਥੇ ਦੇਖੋ, ਉਹ ਜਿਹੜੀ ਸ਼ਤੀਰੀਆਂ ਜਿਸ ਦਰਖਤ ਦੀਆਂ ਬਣੀਆਂ ਸੀਗੀਆਂ, ਜਿਸ ਬ੍ਰਿਕਸ਼ ਦੀਆਂ ਬਣੀਆਂ ਸੀਗੀਆਂ, ਉਹਦੇ ਥੱਲੇ ਮਹਾਤਮਾ ਨੇ ਤਪ ਕੀਤਾ ਸੀਗਾ, ਜਿਹਦੇ ਕਰਕੇ ਉਹ ਦਰਖਤ ਜਿਹੜਾ ਸੀਗਾ ਉਹ ਵੀ ਨਾਮ ਬਾਣੀ ਦੇ ਨਾਲ ਪੂਰੀ ਤਰ੍ਹਾਂ ਮਹਿਕਣ ਲੱਗ ਪਿਆ ਸੀਗਾ। ਅਤੇ ਉਹਦੇ ਵਿੱਚ ਵੀ ਵਾਹਿਗੁਰੂ ਦੇ ਨਾਮ ਦੀ ਜਿਹੜੀ ਰੰਗਤ ਸੀਗੀ ਇੰਨੀ ਚੜ੍ਹ ਗਈ ਸੀਗੀ
ਕਿ ਉਹਦੀਆਂ ਬਣੀਆਂ ਹੋਈਆਂ ਸਤੇਰੀਆਂ ਵਿੱਚੋਂ ਵੀ ਨਾਮ ਦੀ ਸੁਗੰਧੀ ਜਿਹੜੀ ਸੀ ਉਹ ਆ ਰਹੀ ਸੀਗੀ। ਅਤੇ ਇਸੇ ਕਰਕੇ ਉਹ ਸੁਗੰਧੀ ਦੇ ਕਾਰਨ ਉਹ ਜਿਹੜਾ ਦੰਪਤੀ ਜੋੜਾ ਸੀਗਾ ਉਹਨਾਂ ਦੇ ਮਨ ਦੇ ਉੱਤੇ ਅਸਰ ਪੈਂਦਾ ਸੀਗਾ ਅਤੇ ਉਹ ਫਿਰ ਮਹਾਤਮਾ ਦੀ ਸੇਵਾ ਕਰਦੇ ਸੀ। ਵੈਸੇ ਉਹ ਭਜਨ ਤੋਂ ਸੱਖਣੇ ਸੀਗੇ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਸਾਨੂੰ ਇਹ ਗੁਰਬਾਣੀ ਨੇ ਜਿਹੜਾ ਹੈ ਨਾ ਜੋ ਦਿਖਾਲਿਆ ਹੈਗਾ ਕਿ ਜੋ ਪੱਬ ਹੈ ਭਾਂਡੇ ਵਿੱਚ ਵਸਤ ਸਾ ਨਿਕਸੇ, ਕਿ ਜਿਹੜੀ ਚੀਜ਼ ਅਸੀਂ ਸਰੀਰ ਰੂਪੀ ਭਾਂਡੇ 'ਚ ਪਾਉਂਦੇ ਹਾਂ, ਜਿਹੋ ਜਿਹੇ ਵਿਚਾਰ ਪਾਉਂਦੇ ਹਾਂ ਉਹੋ ਜਿਹੇ ਵਿਚਾਰ ਜਿਹੜੇ ਆ ਫਿਰ ਬਾਹਰ ਨਿਕਲਦੇ ਆ ਅਤੇ ਉਹ ਵਿਚਾਰ ਫਿਰ ਜਦੋਂ ਬਾਹਰ ਨਿਕਲਦੇ ਉਹ ਆਪਣਾ ਫਿਰ ਅਸਰ ਦਿਖਾਉਂਦੇ ਆ। ਸੋ ਦੱਸ ਇੰਨੇ ਹੀ ਬਚਨ ਕਰਦਾ ਹੋਇਆ ਖਿਮਾ ਦਾ ਜਾਚਕ ਵਾ ਜੀ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।